ਸਤਿ ਸ੍ਰੀ ਅਕਾਲ। ਅੱਜ ਦੇ ਐਪੀਸੋਡ ਦੇ ਵਿੱਚ ਡਾਈਜੈਸਟਿਵ ਸਿਸਟਮ ਨੂੰ ਲੈਂਦੇ ਹਾਂ। ਡਾਈਜੈਸਟਿਵ ਸਿਸਟਮ ਸਾਡੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਅੱਜ ਕੱਲ੍ਹ ਡਾइट ਦੇ ਉੱਪਰ ਬਹੁਤ ਲੈਕਚਰ ਆ ਰਹੇ हैं। नॉन वेज और वेजिटेरियन, पर मैं ये गल जरूर कहांगा कि नॉन वेज के उत्ते मैं लैक्चर नहीं दिंदा, क्योंकि नॉन वेज नूं साडी डाइटरी कमेटी ने जो वर्ल्ड हैल्थ ऑर्गेनाइजेशन के थ्रू कम कर रही है, उन्होंने नॉन वेज नूं सैकेंड क्लास डाइट दिता और फर्स्ट क्लास डाइट में उन्होंने वेजिटेबल डाइट, खास करके मनुख आदमा वास्ते वेजिटेबल डाइट बनी हुई है। अज दे वेजिटेबल दे विच किन्नियां अच्छियां ग्रीन सब्जियां, ईवन दो सलाद खाने वाले बंदियां वास्ते भी उन्होंने पाचन क्रिया उन्होंने सदा संतुष्ट। हुण पाचन क्रिया बारे मैं थोड़ा रोशनी फिर पाना कि पाचन क्रिया मुख तो लै करके अंत तक की कर्म करती है। पहला आप भोजन करते हैं, मुख दे विच असीं भोजन के टाइम उसनूं चबाउंदे हां। कहा जाता है कि जिन्ना तुसीं भोजन नूं चबा के खाओगे उन्ना तुहाडे पेट नूं घट कम करना पएगा, उहदी एनर्जी घट लगेगी। कम से कम एक गिलास नूं 25 ਤੋਂ 30 वारी चबाउणा चाहीदा। उहदे नाल साडे मुख दे विच जो 6 ग्लैंड हैं, जिन्होंने सैलवरी ग्लैंड्स कहा जाता है, वो सलाइवा उन्हां विच मिक्सअप हो जाता है, वो एक मुख दे विच कोल बन जाता है, वो फिर अगे जा करके पेट दे अंदर चला जाता है। तो पहला एक्शन पेट दे विच की हुंदा है, जिन्हों असीं मेदा भी कह दिंदे हां, उहदे विच फिर मैकेनिकल एक्शन हुंदा। मैकेनिकल एक्शन की है कि उसनूं तोड़ भन्न करके उसका बिल्कुल रस बना के उसनूं अगे भेज दिता जाता। अगर उसके अंदर कुछ इस तरह दी चीज़ां हैं, ज़्यादा मिर्ची, ज़्यादा तला होया, समोसे आदि, ਜਾਂ इस तरह ਦੀਆਂ कई चीज़ां ਜਿਹੜੀਆਂ पेट ਨੂੰ एसिड बना ਦਿੰਦੀਆਂ ਹਨ, ਉਹਦੇ ਉੱਤੇ ਹਾਈਡਰੋਕਲੋਰਿਕ ਐਸਿਡ ਮੈਦੇ ਉੱਤੇ ਹੁੰਦੀ ਹੈ। ਜਦੋਂ पेट खाली हो ਜਾਂਦਾ है, ਖਾਣਾ ਆਂਤੜੀਆਂ ਵਿੱਚ ਚਲਾ ਜਾਂਦਾ ਹੈ। ਆਂਤੜੀਆਂ ਦੀ ਲੰਬਾਈ ਮੁਖ ਤੋਂ ਲੈ ਕੇ ਅੱਗੇ ਤੱਕ 32 ਫੁੱਟ ਹੈ। 22 फुट एक छोटी आंतड़ियां की लंबाई है, जो 3 हिस्सों में वंडी गई है। उसके अंदर इसका रस, जो इसकी एनर्जी है खाने की, उतों वो ब्लड के अंदर चली जाती है। उसके अंदर कुछ रस लीवर तो, फिर उथे पैंक्रियास तो, कई अंदर के ऑर्गन इकट्ठे होकर के अपना रस मिला देंगे हैं। तो उसके अंदर जिहड़ी फैट है वो डाइजेस्ट हो जाती है। जे लीवर तंदुरुस्त है तो उसके अंदरों बाइल नाम का रस आता है, जो डाइजेशन वास्ते बहुत अच्छा काम करता है।
ਅਗਰ ਲੀਵਰ ਦੇ ਅੰਦਰ ਕੁਝ ਪ੍ਰੋਬਲਮ ਹੈ ਜਾਂ ਲੀਵਰ ਦੇ ਆਂਤੜੀਆਂ ਤੱਕ ਆਉਣ ਵਾਲੇ ਇੱਕ ਡਕਟ ਜਿਹਨੂੰ ਬਾਈਲ ਡਕਟ ਕਿਹਾ ਜਾਂਦਾ ਹੈ, ਉਸ ਦੇ ਅੰਦਰ ਕੋਈ ਪ੍ਰੋਬਲਮ ਹੈ ਤਾਂ ਬਾਈਲ ਆਉਣਾ ਬੰਦ ਹੋ ਜਾਂਦੀ ਹੈ, ਜਿਸ ਦੇ ਕਾਰਨ ਖਾਣੇ ਦੇ ਅੰਦਰ ਡਾਈਜੈਸ਼ਨ ਪ੍ਰੋਪਰ ਨਹੀਂ ਹੁੰਦਾ। ਤੇ ਇਸ ਤਰ੍ਹਾਂ ਹੀ ਛੋਟੀਆਂ ਆਂਤੜੀਆਂ ਤੋਂ ਉਹ ਸਾਰਾ ਰਸ ਲੈ ਕਰਕੇ ਉਸ ਖਾਣੇ ਨੂੰ, ਜਿਹੜੀ ਵੇਸਟ ਮਟੀਰੀਅਲ ਹੈ, ਉਹ ਅੱਗੇ ਵੱਡੀਆਂ ਆਂਤੜੀਆਂ ਵਿੱਚ ਭੇਜ ਦਿੱਤਾ ਜਾਂਦਾ ਹੈ। ਵੱਡੀਆਂ ਆਂਤੜੀਆਂ ਦਾ ਕੰਮ ਹੈ ਕਿ ਸਦਾ ਹੀ ਸਾਡੀਆਂ ਆਂਤੜੀਆਂ ਇੰਟੈਸਟਾਈਨਸ ਜਿਹੜੀਆਂ ਹੈ ਉਹਨਾਂ ਵਿੱਚ ਇੱਕ ਹਰਕਤ ਚੱਲਦੀ ਰਹਿੰਦੀ ਹੈ ਜਿਹਨੂੰ ਅਸੀਂ ਪੈਰੀਸਟਲਟਿਕ ਮੂਵਮੈਂਟਸ ਕਹਿੰਦੇ ਹਾਂ। ਉਹ ਖਾਣੇ ਨੂੰ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਜਿਸ ਨਾਲ ਸਾਨੂੰ ਕਨਸਟੀਪੇਸ਼ਨ ਵੀ ਨਹੀਂ ਹੁੰਦੀ। ਉਹ ਖਾਣਾ ਵੱਡੀਆਂ ਆਂਤੜੀਆਂ ਵਿੱਚ ਚਲਾ ਜਾਂਦਾ ਹੈ। ਅੱਗੇ ਜਾ ਕਰਕੇ ਉਹ ਖਾਣਾ ਆਖਰੀ ਹਿੱਸਾ ਜਿਹਨੂੰ ਰੈਕਟਮ ਕਿਹਾ ਜਾਂਦਾ ਹੈ, ਉਸ ਦੇ ਉੱਤੇ ਵੇਸਟ ਮਟੀਰੀਅਲ ਜਮ੍ਹਾਂ ਹੋ ਜਾਂਦਾ ਹੈ। ਜਦੋਂ ਉਹ ਵੇਸਟ ਮਟੀਰੀਅਲ ਸ਼ੁਰੂ ਹੋਤੇ ਚਲਾ ਜਾਂਦਾ ਹੈ ਤਾਂ ਵੇਸਟ ਮਟੀਰੀਅਲਸ 2 ਟਾਈਮ ਆਦਮੀ ਫਲਸ਼ ਜਾਂਦਾ ਹੈ ਔਰ ਉਹ ਗੰਦਗੀ ਬਾਹਰ, ਰਸ ਅੰਦਰ। ਇਹ ਇੱਕ ਸਰੀਰ ਜੋ ਹੈ ਇਹ ਵੰਡਰਫੁਲ ਮਸ਼ੀਨ ਹੈ। ਇਹਦੇ ਅੰਦਰ ਇੱਕ ਇੱਕ ਪੁਰਜਾ ਕਿਵੇਂ ਕੰਮ ਕਰ ਰਿਹਾ ਹੈ, ਇਹ ਸਾਨੂੰ ਵਰਦਾਨ ਰੂਪ ਦੇ ਵਿੱਚ ਮਿਲਿਆ ਹੋਇਆ ਹੈ। ਹੁਣ ਦੇਖੋ ਅਸੀਂ ਕੀ ਕਰਦੇ ਹਾਂ, ਸਾਨੂੰ ਕਿੰਨੀ ਕੈਲਰੀਜ਼ ਦੀ ਲੋੜ ਹੈ, ਇਹਦਾ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾਂ ਲੋਕ ਕੀ ਕਰਦੇ ਸੀਗੇ, ਮਿਹਨਤ ਜ਼ਿਆਦਾ ਕਰਦੇ ਸੀ, ਦੇਸੀ ਘਿਓ ਖਾਂਦੇ ਸੀ, ਦੁੱਧ ਪੀਂਦੇ ਸੀ, ਗੁੜ ਖਾਂਦੇ ਸੀ। ਖੰਡ ਨਾਮ ਦੀ ਚੀਜ਼ ਤਾਂ ਬਹੁਤ ਹੀ ਘੱਟ ਸੀ। ਅੱਜ ਫਿਰ ਵੀ ਗੁੜ ਨੂੰ ਪ੍ਰੈਫਰੈਂਸ ਜ਼ਿਆਦਾ ਦਿੱਤੀ ਜਾਂਦੀ ਹੈ ਤੇ ਚੀਨੀ ਨੂੰ ਨਹੀਂ ਦਿੱਤੀ ਜਾਂਦੀ, ਕਿਉਂਕਿ ਗੁੜ ਦੇ ਅੰਦਰ ਬਹੁਤ ਸਾਰੀਆਂ ਵਿਸ਼ੇਸ਼ਤਾ ਹਨ ਜੋ ਸਾਡੇ ਡਾਈਜੈਸਟਿਵ ਸਿਸਟਮ ਦੇ ਉੱਤੇ ਬਹੁਤ ਅੱਛਾ ਕੰਮ ਕਰਦੇ ਹਨ। ਉਹਨਾਂ ਦੇ ਵਿੱਚੋਂ ਸਾਨੂੰ ਫਾਈਬਰ ਵੀ ਮਿਲਦਾ ਹੈ ਔਰ ਡਾਈਟ ਦੇ ਵਿੱਚ ਫਾਈਬਰ ਹੋਣਾ ਬਹੁਤ ਜ਼ਰੂਰੀ ਹੈ। ਫਾਈਬਰ ਕੀ ਚੀਜ਼ ਹੈ? ਫਾਈਬਰ ਨੂੰ ਆਪਾਂ ਪੰਜਾਬੀ ਦੇ ਵਿੱਚ ਰੇਸ਼ੇਦਾਰ ਸਬਜ਼ੀਆਂ ਕਹਿ ਸਕਦੇ ਹਾਂ। ਤਾਂ ਉਹ ਸਾਡੀਆਂ ਆਂਤੜੀਆਂ ਨੂੰ ਐਕਟੀਵੇਟ ਕਰਦੀਆਂ ਹਨ। ਜਦੋਂ ਤੱਕ ਇਸ ਮਸ਼ੀਨ ਦੇ ਅੰਦਰ ਕੋਈ ਬੈਠਾ ਹੈ, ਕੋਈ ਇਹਨੂੰ ਚਲਾ ਰਿਹਾ ਹੈ, ਉਹ ਕੀ ਚੀਜ਼ ਹੈ? ਚਲਾਉਣ ਵਾਲਾ ਅੰਦਰ ਆਤਮਾ ਹੈ, ਪਰ ਆਪਾਂ ਉਸ ਬਾਰੇ ਟੋਟਲੀ ਇਗਨੋਰੈਂਟ। ਅੱਜ ਕੋਈ ਵੀ ਮੈਂ ਦੇਖਿਆ ਹੈ ਕਿ ਲੈਕਚਰ ਤਾਂ ਅਸੀਂ ਬਹੁਤ ਸੁਣੇ ਔਰ ਸੁਣ ਰਹੇ ਹਾਂ, ਔਰ ਮੈਂ ਵੀ ਸੁਣਦਾ ਹਾਂ, ਪਰ ਇੱਕ ਚੀਜ਼ ਹੈ ਕਿ ਅੰਦਰ ਆਪਾਂ ਆਪਣੇ ਆਪ ਨੂੰ, ਜਿਹਨੂੰ ਅਸੀਂ ਸੈਲਫ ਅਵੇਅਰਨੈਸ ਕਹਿੰਦੇ ਹਾਂ, ਜਿਹਨੂੰ ਅਸੀਂ ਸੈਲਫ ਅਵੇਕਨਿੰਗ ਕਹਿੰਦੇ ਹਾਂ, ਅਸੀਂ ਅੰਦਰੋਂ ਜਾਗਰਤ ਨਹੀਂ ਹਾਂ। ਮੈਂ ਕੌਣ ਹਾਂ? ਹੂ ਐਮ ਆਈ? ਇਹਦੇ ਉੱਤੇ ਵੱਡੇ ਵੱਡੇ ਸ਼ਾਸਤਰ ਵੀ ਲਿਖ ਗਏ, ਵੱਡੇ ਵੱਡੇ ਸਾਧਕਾਂ ਨੇ ਬੜਾ ਅੱਛਾ ਨੌਲੇਜ ਦਿੱਤਾ, ਪਰ ਸਾਡੇ ਪ੍ਰੈਕਟੀਕਲ ਲਾਈਫ 'ਚ ਉਹ ਚੀਜ਼ ਨਹੀਂ ਆਈ। ਅਸੀਂ ਸਭ ਕੁਝ ਸੰਵਾਰਨਾ ਸ਼ੁਰੂ ਕੀਤਾ, ਸਾਰੀ ਡੈਕੋਰੇਸ਼ਨ ਆ ਗਈ, ਘਰਾਂ ਦੇ ਵਿੱਚ ਡੈਕੋਰੇਸ਼ਨ ਹੋਣੀ ਸ਼ੁਰੂ ਹੋ ਗਈ, 1-2 ਦਿਨ ਵਾਸਤੇ ਤਿਉਹਾਰ ਵੀ ਮਨਾਉਣੇ ਸ਼ੁਰੂ ਕਰ ਦਿੱਤੇ, 2 ਦਿਨ ਦੀ ਉਮੰਗ ਉਰਾਸ ਵੀ ਆ ਗਈ, ਖੁਸ਼ੀਆਂ ਵੀ ਆ ਗਈ। ਪਰ ਉਸ ਦਿਨ ਵੀ ਅਸੀਂ ਕੀ ਕੀਤਾ? ਅਸੀਂ ਦੇਖ ਰਹੇ ਹਾਂ ਉਸ ਦਿਨ ਵੀ ਅਸੀਂ ਨਸ਼ੇ ਦਾ ਪ੍ਰਯੋਗ ਜ਼ਿਆਦਾ ਕੀਤਾ। ਵੀ ਅੱਜ ਤਾਂ ਖੁਸ਼ੀਆਂ ਦਾ ਦਿਨ ਹੈ, ਅੱਜ ਤਾਂ ਪੀਓ ਖੂਬ ਤੇ ਨਸ਼ਾ ਲਓ, ਮਸਤੀ ਕਰੋ। ਮਗਰ ਇਹ ਚੀਜ਼ ਨਹੀਂ। ਉਤਸ਼ਾਹ ਤੇ ਉਮੰਗ ਦਾ ਮਤਲਬ ਹੈ ਕਿ ਮਨ ਤੋਂ ਖੁਸ਼, ਅੰਦਰ ਤੋਂ ਖੁਸ਼,
ਕਹਿੰਦੇ ਨਾ ਸਦਾ ਦੀਵਾਲੀ ਸਾਧਕੀ, ਜਿਹੜਾ ਸਾਧਕ ਹੈ ਉਹਦੇ ਵਾਸਤੇ ਤਾਂ ਸਦਾ ਹੀ ਦੀਪਾਵਲੀ ਹੈ। ਤਾਂ ਅਸੀਂ ਅੰਦਰੋਂ ਦੇਖੀਏ ਕਿ ਸਾਡੇ ਅੰਦਰ ਦੇ ਅੰਗਾਂ ਨੂੰ ਚਲਾਉਣ ਵਾਲੀ ਸ਼ਕਤੀ ਕਿਹੜੀ ਹੈ। ਜੇ ਉਹ ਸ਼ਕਤੀ ਕਾਇਮ ਨਹੀਂ ਹੈ ਤਾਂ ਸਾਡੇ ਅੰਗ, ਜਿਹੜੇ ਅੰਦਰ ਦੇ ਅੰਗ ਹੈ, ਜਦੋਂ ਉਹ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਹਨ, ਉਧਰ ਲੀਵਰ ਡੈਮੇਜ ਹੋਇਆ, इधर पैंक्रियाज डैमेज हुई, इधर डायबिटीज आ गई और उधर हैपेटाइटिस आ गया और अनेक किस्म दी बीमारियां शुरू हो गई। सानू इन्हां चीज़ां नूं ठीक रखण वास्ते, पीड़िए दी बीमारी तो दूर रहण वास्ते, जिन्हों असीं हैपेटाइटिस कहने आ, जिन्हों हैपेटाइटिस बी और हैपेटाइटिस सी भी है और उन्हां दा कोई इलाज नहीं है। सिंपल हैपेटाइटिस नूं जॉन्डिस कहने आ, अगर सिंपल है तो ट्रीटमेंट है। तो इस वास्ते ये चीज़ है कि ये चीज़ां भी क्यों आईयां, क्योंकि साडे मन के संकल्प कमज़ोर होए। अज असीं देखते हाँ कि असीं अपने मन नूं ही पावरफुल बना दईए, जिहदे विचों इस तरह की वाइब्रेशन निकले, जिहदे विचों इह जिहियां तरंगां निकलण जिहड़ा मेरे शरीर के अंग अंग विच चले जाण। ਜਦੋਂ शरीर के अंगां के अंदर वो वाइब्रेशन जाती है, वो बीमारी नूं हील करती है। इस वास्ते पहला शब्द अज कहा है कि हेल्दी रहना बहुत ज़रूरी है, सेहतमंद रहना बहुत ज़रूरी है, और तुहाडे अंदर बुढ़ापा आ ही नहीं सकता, क्योंकि जदों असीं अंदर दे विचारां तो कमज़ोर हुंदे हां, फिर असीं शरीर तो भी अपने आप को महसूस करते हैं कि मेरी तो इन्नी उम्र हो गई है, हुण तां बुढ़ापा आ गया। बुढ़ापा आउंदा ही नहीं है। बुढ़ापा कदों आउंदा है? ये साड़ी सोच है, और सोच ही सानूं बुढ़ापा लेके आउंदी है। पर जदों असीं हैं ही सदा जवान, निर्विकारी जीवन, दुनिया के विकारों तो दूर, ना ईर्षा ना द्वेष, ना किसी ना मित्रता, ना किसी ना दोस्ती। इस वास्ते इन्हां चीज़ां नूं जीवन दे विच लैके आउणा दोस्तों बहुत जरूरी है। मैं अपने जीवन दे विच पिछले 50 वर्ष तो लैके आया, तां मतलब तुहानूं इस गल बारे मैं कुछ दे सकिया। जदों मैं ये तुहानूं दे सकिया तां मेरी बार बार एक बेनती है कि तुसीं करके देखो, ते जिस तरह उस भरा ने अज तंबाकू छड्ड दिता, तां इस तरह ही तुसीं भी एक एक करके एक एक चीज़ नूं छड्ड दिओ। इस दे नाल विराम दे के मैं अगली बार फिर मिलांगा। सत श्री अकाल।